TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਰਲ ਮਿਲ ਕੇ ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਚਰਚਾ ਕਰੀਏ। ਫੇਸਬੁੱਕ ਦਾ ਵੱਡਾ ਐਲਾਨ, ਆਪਣੇ ਨਾਮ ਦੀ ਬਦਲੀ ਦਾ ਕੀਤਾ ਐਲਾਨ। ਉੱਘੇ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਦੀ ਭਾਜਪਾ ਨੂੰ ਲੈ ਕੇ ਭਵਿੱਖਬਾਣੀ, ਕਾਂਗਰਸ ਲਈ ਚਿੰਤਾ ਦਾ ਵਿਸ਼ਾ। ਕਿਸਾਨ ਆਗੂ ਰਾਕੇਸ਼ ਟਕੈਤ ਹਰਿਆਣਾ ਦੇ ਮੰਤਰੀ ਅਤੇ ਵਿਧਾਇਕਾਂ ਨਾਲ ਭਿੜੇ, ਹੋਈ ਤਿੱਖੀ ਬਹਿਸ। ਕੈਪਟਨ ਦੇ ਬਿਆਨ ਨੇ ਲਿਆਂਦਾ ਪੰਜਾਬ ਵਿੱਚ ਸਿਆਸੀ ਭੁਚਾਲ। 11 ਮਹੀਨੇ ਬਾਅਦ ਸਰਹੱਦ ਤੇ ਲੱਗੀਆਂ ਤਾਰਾਂ ਕਿੱਲਾਂ ਚੁੱਕਣ ਦੀਆਂ ਤਿਆਰੀਆਂ ਅਤੇ ਬੈਰੀਕੇਡ ਹਟਾਏ ਅਤੇ ਅਦਾਲਤ ਨੇ ਡੇਰਾ ਮੁਖੀ ਨੂੰ ਦਿੱਤੀ ਵੱਡੀ ਰਾਹਤ। ਹੇਠਲੀ ਅਦਾਲਤ ਦੇ ਹੁਕਮਾਂ ਤੇ ਲਗਾਈ ਰੋਕ। ਦੋਸਤੋ, ਇਹ ਕੁਝ ਖਬਰਾਂ ਨੂੰ ਆਧਾਰ ਬਣਾਵਾਂਗੇ ਜਿਨ੍ਹਾਂ ਦੇ ਉੱਤੇ ਆਪਾਂ ਅੱਜ ਵਿਸਥਾਰ ਦੇ ਨਾਲ ਵਿਚਾਰ ਚਰਚਾ ਕਰਨੀ ਹੈ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ, ਪ੍ਰੋਗਰਾਮ ਵੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਲਿਖਣੇ। ਤੇ ਆਓ ਹੁਣ ਸਭ ਤੋਂ ਪਹਿਲੀ ਅਹਿਮ ਖਬਰ। ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਇੰਸਟਾ ਨਾਲ ਜਾਂ ਫਿਰ ਟਵਿੱਟਰ ਨਾਲ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਐਪ ਨਾਲ ਨਾ ਜੁੜੇ ਹੋਣ, ਪਰ ਤੁਹਾਡੇ ਵਿੱਚੋਂ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਬਹੁਤ ਗਿਣਤੀ ਉਹ ਹੋਣਗੇ ਜਿਹੜੇ ਫੇਸਬੁੱਕ ਦੇ ਨਾਲ ਜੁੜੇ ਹੋਏ ਨੇ। ਪਰ ਹੁਣ ਫੇਸਬੁੱਕ ਨੇ ਆਪਣਾ ਨਾਮ ਬਦਲ ਦਿੱਤਾ ਤੇ ਇਹਦਾ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਹੈ। ਤੇ ਇਹ ਐਲਾਨ ਵੀ ਜਿਹੜੇ CEO ਨੇ, ਮੁੱਖ ਕਾਰਜਕਾਰੀ ਅਧਿਕਾਰੀ ਨੇ, ਮਾਰਕ ਜ਼ੁਕਰਬਰਗ, ਉਹਨਾਂ ਨੇ ਬੀਤੀ ਦੇਰ ਰਾਤ ਖੁਦ ਕੀਤਾ ਹੈ। ਕੰਪਨੀ ਨੇ ਇੱਕ ਕਨੈਕਟ ਇਵੈਂਟ ਕੀਤਾ। ਉਹਦੇ ਵਿੱਚ ਮਾਰਕ ਜ਼ੁਕਰਬਰਗ ਨੇ ਕਿਹਾ ਕਿ ਅਸੀਂ ਇੱਕ ਇਸ ਤਰ੍ਹਾਂ ਦੀ ਕੰਪਨੀ ਤਿਆਰ ਕੀਤੀ ਜਿਸ ਰਾਹੀਂ ਟੈਕਨੋਲੋਜੀ ਆਮ ਲੋਕਾਂ ਤੱਕ ਪਹੁੰਚੀ। ਉਹਨਾਂ ਕਿਹਾ ਕਿ ਇਹ ਆਮ ਲੋਕਾਂ ਤੱਕ ਸਿਰਫ ਟੈਕਨੋਲੋਜੀ ਨਹੀਂ ਪਹੁੰਚੀ, ਸਗੋਂ ਅਸੀਂ ਇਹਦੇ ਨਾਲ ਇੱਕ ਵੱਡੀ ਆਰਥਿਕਤਾ ਵੀ ਖੜੀ ਕੀਤੀ, ਲੋਕਾਂ ਦੀ ਕਮਾਈ ਦਾ ਸਾਧਨ ਵੀ ਬਣਿਆ, ਜੌਬਸ ਵੀ ਨਿਕਲੀਆਂ। ਹੁਣ ਇਹ ਖਬਰਾਂ ਤਕਰੀਬਨ ਪਹਿਲਾਂ ਕਈ ਦਿਨਾਂ ਤੋਂ ਆ ਰਹੀਆਂ ਸੀ ਕਿ ਸ਼ਾਇਦ ਫੇਸਬੁੱਕ ਆਪਣਾ ਨਾਮ ਤਬਦੀਲ ਕਰ ਸਕਦੀ ਹੈ, ਬਦਲ ਸਕਦੀ ਹੈ, ਪਰ ਆਖਰਕਾਰ ਇਹ ਅਧਿਕਾਰਤ ਤੌਰ ਤੇ ਐਲਾਨ ਹੋ ਗਿਆ ਹੈ। ਹੁਣ ਉਹ ਕਹਿੰਦੇ ਜਿਹੜਾ ਅਸੀਂ ਨਾਮ ਬਦਲਿਆ ਇਹਦੇ ਪਿੱਛੇ ਕਾਰਨ ਨੇ। ਉਹ ਕਹਿੰਦੇ ਜਿਹੜਾ ਪਹਿਲਾ ਨਾਮ ਸੀ, ਭਾਵੇਂ ਬਹੁਤ ਸਾਰੇ ਲੋਕ ਇਹਦੇ ਨਾਲ ਸਾਡੇ ਨਾਲ ਜੁੜ ਗਏ, ਪਰ ਸਾਡੇ ਜਿਹੜੇ ਇਰਾਦੇ ਨੇ ਉਹਨਾਂ ਨੂੰ ਸ਼ਾਇਦ ਸਾਫ਼ ਕਰਨ ਦੇ ਵਿੱਚ ਫੇਸਬੁੱਕ ਕਿਤੇ ਨਾ ਕਿਤੇ ਉਸ ਹੱਦ ਤੱਕ ਸਫਲ ਨਹੀਂ ਸੀ ਹੋਈ। ਭਾਵੇਂ ਪੁਰਾਣਾ ਨਾਮ ਲੋਕਾਂ 'ਚ ਪ੍ਰਚਲਿਤ ਹੋ ਗਿਆ, ਲੋਕ ਸਾਡੇ ਨਾਲ ਜੁੜੇ, ਅਸੀਂ ਕਾਮਯਾਬੀ ਹੋਏ, ਪਰ ਫਿਰ ਵੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਨਾਲ ਲੋਕ ਹੋਰ ਵੱਡੀ ਗਿਣਤੀ ਵਿੱਚ ਜੁੜਨਗੇ ਅਤੇ ਉਹਨਾਂ ਤੱਕ ਅਸੀਂ ਬਿਹਤਰ ਤਰੀਕਿਆਂ ਨਾਲ ਪਹੁੰਚਾਂਗੇ। ਤੇ ਹੁਣ ਉਹਨਾਂ ਨੇ ਨਾਮ ਕੀ ਰੱਖਿਆ? ਉਹ ਹੈ meta.com, ਮੇਟਾ। ਹੁਣ ਮੇਟਾ ਤੇ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਆਪਣੇ ਆਪ ਇਹ ਫੇਸਬੁੱਕ ਤੇ ਲੈ ਜਾਂਦਾ, ਇੰਸਟਾ ਦੇ ਉੱਤੇ ਤੁਹਾਨੂੰ ਆਪਸ਼ਨ ਖੋਲ ਦਿੱਤੇ ਜਾਂਦੇ ਨੇ ਕਿ ਤੁਸੀਂ meta.com ਤੇ ਜਾਓ ਤੇ ਤੁਹਾਨੂੰ ਸਿੱਧਾ ਫੇਸਬੁੱਕ ਤੇ ਪੇਜ ਤੇ ਵੀ ਲੈ ਜਾਂਦਾ ਤੇ ਬਾਕੀ ਉੱਥੇ ਸਾਰੇ ਆਪਸ਼ਨ ਹੋਰ ਵੀ ਖੁੱਲ੍ਹ ਜਾਂਦੇ ਨੇ। ਦੱਸਣਾ ਬਣਦਾ ਕਿ 19 ਅਕਤੂਬਰ ਨੂੰ ਮੀਡੀਆ ਰਿਪੋਰਟਸ ਮਿਲੀਆਂ ਸੀ, ਇਸ਼ਾਰਾ ਕੀਤਾ ਗਿਆ ਸੀ ਫੇਸਬੁੱਕ ਆਪਣਾ ਨਾਮ ਬਦਲ ਰਿਹਾ ਤੇ ਆਖਰਕਾਰ ਉਹਨਾਂ ਨੇ ਅਧਿਕਾਰਤ ਤੌਰ ਤੇ ਫੇਸਬੁੱਕ ਦਾ ਨਾਮ ਬਦਲ ਦਿੱਤਾ ਹੈ। ਤੇ ਹੁਣ ਇਹ ਮੈਂ ਦੱਸਦਾ ਕਿ ਸਮੇਂ-ਸਮੇਂ ਤੇ ਫੇਸਬੁੱਕ ਵਿਵਾਦਾਂ ਵਿੱਚ ਵੀ ਘਿਰਦੀ ਰਹੀ ਹੈ। ਉਹ ਭਾਰਤ ਵਿੱਚ ਵੀ ਤੇ ਹੋਰਨਾਂ ਮੁਲਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿ ਉਹ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਨਹੀਂ ਹੋਣੀਆਂ ਚਾਹੀਦੀਆਂ। ਕਈ ਤਾਂ ਫੇਸਬੁੱਕ ਨੂੰ ਫੇਕ ਬੁੱਕ ਵੀ ਕਹਿਣ ਲੱਗ ਪਏ ਸੀ ਕਿ ਬਹੁਤ ਸਾਰੀ ਇੱਧਰੋਂ ਉੱਧਰੋਂ ਖਬਰ ਦਾ ਜਿਹਦਾ ਕੋਈ ਉੱਗ ਪਤਾਲ ਹੁੰਦਾ ਹੀ ਨਹੀਂ, ਕੋਈ ਤਣ ਪੱਤਣ ਹੁੰਦਾ ਹੀ ਨਹੀਂ, ਉਹ ਵੀ ਫੇਸਬੁੱਕ ਤੇ ਬਹੁਤ ਸਾਰੇ ਜਿਹੜੇ ਫੇਸਬੁੱਕੀਏ ਪੱਤਰਕਾਰ ਲੋਕ ਉਹਨਾਂ ਨੂੰ ਕਹਿੰਦੇ ਨੇ ਕਿ ਉਹ ਵੀ ਆਪੋ ਆਪਣੀ ਗੱਲ ਕਰਕੇ ਚਲੇ ਜਾਂਦੇ ਆ। ਸੋ ਖੈਰ, ਹੁਣ ਆਖਰਕਾਰ ਫੇਸਬੁੱਕ ਨੇ ਆਪਣਾ ਨਾਮ ਬਦਲ ਦਿੱਤਾ ਹੈ ਤੇ ਆਹ ਭਾਰਤ ਵਾਲੇ ਪਾਸਿਓਂ ਭਾਰਤ ਦੀ ਰਾਜਨੀਤੀ ਦੇ ਵਾਸਤੇ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ ਉੱਘੇ ਰਣਨੀਤੀ ਘਾੜੇ PK, ਜਿਨ੍ਹਾਂ ਨੂੰ ਕਹਿੰਦੇ ਨੇ ਪ੍ਰਸ਼ਾਂਤ ਕਿਸ਼ੋਰ ਨੇ। ਦਰਅਸਲ ਭਾਜਪਾ ਵਾਸਤੇ ਅਤੇ ਕਾਂਗਰਸ ਪਾਰਟੀ ਦੇ ਵਾਸਤੇ ਆਪਸ ਦੇ ਵਿੱਚ ਦੋਨਾਂ ਵਾਸਤੇ ਵੱਡੀ ਖਬਰ ਆਖੀ ਜਾ ਸਕਦੀ ਹੈ। ਪ੍ਰਸ਼ਾਂਤ ਕਿਸ਼ੋਰ ਗੋਆ ਦੀ ਯਾਤਰਾ ਤੇ ਨੇ। ਉੱਥੇ ਉਹਨਾਂ ਨੇ ਭਾਜਪਾ ਦੇ ਭਵਿੱਖ ਨੂੰ ਲੈ ਕੇ ਇੱਕ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ ਭਵਿੱਖਬਾਣੀ ਕਰਨ ਤੋਂ ਬਾਅਦ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਸਮਝਣ ਨੂੰ ਲੈ ਕੇ
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਕਾਂਗਰਸ ਆਗੂ ਹਾਸਲ ਦੇ ਵਿੱਚ ਅਸਲੀਅਤ ਤੋਂ ਕੋਹਾਂ ਦੂਰ ਨੇ। ਜਿਹੜੀ ਗੱਲ ਉਹ ਕਹਿੰਦੇ ਸਮਝ ਭਾਜਪਾ ਬਾਬਤ ਅਤੇ ਨਰਿੰਦਰ ਮੋਦੀ ਬਾਬਤ ਨਹੀਂ ਰੱਖਦੇ, ਉਹਨਾਂ ਨੂੰ ਖਰੀਆਂ ਖੁਰੀਆਂ ਸੁਣਾਈਆਂ, ਉਹ ਸੀ ਰਾਹੁਲ ਗਾਂਧੀ। ਉਹਨਾਂ ਨੇ ਕਿਹਾ ਕਿ ਭਾਜਪਾ ਆਉਣ ਵਾਲੇ ਕਈ ਦਹਾਕਿਆਂ ਤੱਕ ਭਾਰਤ ਦੀ ਰਾਜਨੀਤੀ ਦੇ ਵਿੱਚ ਤਾਕਤਵਰ ਬਣੀ ਰਹੇਗੀ। ਅਸਲ ਦੇ ਵਿੱਚ ਜਾਣਿਆ ਪਹਿਚਾਣਿਆ ਬਹੁਤ ਚਰਚਿਤ ਨਾਮ ਹੈ ਪ੍ਰਸ਼ਾਂਤ ਕਿਸ਼ੋਰ। ਉਹਨਾਂ ਦਾ ਇਹ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਕਈ ਦਹਾਕਿਆਂ ਤੱਕ ਤਾਕਤਵਰ ਰਹੇਗੀ। ਇਹਦੇ ਤੇ ਕਾਂਗਰਸ ਪਾਰਟੀ ਨੂੰ ਸੋਚਣ ਦੀ ਲੋੜ ਹੈ। ਉਹਨਾਂ ਨੇ ਰਾਹੁਲ ਗਾਂਧੀ ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਮੋਦੀ ਨੂੰ ਸੱਤਾ ਤੋਂ ਹਟਾਉਣ ਦੇ ਵਹਿਮ 'ਚ ਨਾ ਰਹਿਣ। ਮੋਦੀ ਯੁੱਗ ਦਾ ਇੰਤਜ਼ਾਰ ਕਰਨਾ ਰਾਹੁਲ ਦੀ ਗਲਤੀ ਹੈ। ਪੀਕੇ ਨੇ ਇਹ ਬਿਆਨ ਉਸ ਵਕਤ ਦਿੱਤਾ ਹੈ ਜਦੋਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉੱਥੇ ਦੌਰਾ ਕਰ ਰਹੀ ਸੀ। ਪ੍ਰਸ਼ਾਂਤ ਕਿਸ਼ੋਰ ਹਾਲੇ ਗੁਆਚੀ ਹੈ ਤੇ ਉੱਥੇ ਅਗਲੇ ਸਾਲ ਵਿਧਾਨ ਸਭਾ ਚੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਵਾਸਤੇ ਉਹ ਜ਼ਮੀਨ ਤਿਆਰ ਕਰ ਰਹੇ ਨੇ। ਇੱਕ ਚੋਣ ਰਣਨੀਤੀ ਘਾੜੇ ਦੇ ਵਜੋਂ ਪ੍ਰਸ਼ਾਂਤ ਕਿਸ਼ੋਰ ਦਾ ਕੱਦ ਉਸ ਵਕਤ ਵਧਿਆ ਜਦੋਂ ਉਹਨਾਂ ਨੇ ਭਾਵੇਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਤਾਇਆ, ਭਾਵੇਂ ਕੇਜਰੀਵਾਲ ਨੂੰ ਜਿਤਾਇਆ, ਭਾਵੇਂ ਨਰਿੰਦਰ ਮੋਦੀ ਜੀ ਨੂੰ ਜਿਤਾਇਆ, ਭਾਵੇਂ ਪੱਛਮੀ ਬੰਗਾਲ ਦੇ ਵਿੱਚ ਬੀਤੇ ਜਿਹੜੀਆਂ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ ਉਹਦੇ 'ਚ ਉਹਨਾਂ ਨੂੰ ਜਿਤਾਇਆ। ਹੁਣ ਤੁਸੀਂ ਇਹ ਦੇਖੋ ਕਿ ਉਹਨਾਂ ਨੇ, ਮੈਂ ਇਹ ਵੀ ਦੱਸ ਦਿਆਂ ਕਿ ਕੁਝ ਕੁ ਮਹੀਨੇ ਪਹਿਲਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਵੱਡੇ ਕਾਂਗਰਸੀ ਲੀਡਰਾਂ ਦੇ ਨਾਲ ਲਗਾਤਾਰ ਮੁਲਾਕਾਤਾਂ ਕੀਤੀਆਂ ਸੀ। ਲੱਗਦਾ ਸੀ ਕਿ ਉਹ ਕਾਂਗਰਸ ਦੇ ਬੇੜੇ 'ਚ ਸਵਾਰ ਹੋ ਰਹੇ ਨੇ, ਪਰ ਆਖਿਰਕਾਰ ਉਹ ਸਾਰਾ ਕੁਝ ਤਣ ਪਤਣ ਲੱਗ ਨਾ ਸਕਿਆ। ਪਰ ਉਹਦੇ ਤੋਂ ਬਾਅਦ ਹੁਣ ਕਹਿਣਾ ਕਿ ਰਾਹੁਲ ਕਿਸੇ ਭੁਲੇਖੇ 'ਚ ਨਾ ਰਹਿਣ ਕਿ ਨਰਿੰਦਰ ਮੋਦੀ ਲਈ ਸੱਤਾ ਖਤਮ ਕਰਨ ਦਾ ਸਮਾਂ ਆ ਗਿਆ। ਉਹਨਾਂ ਕਿਹਾ ਕਿ ਆਉਣ ਵਾਲੇ ਦਹਾਕਿਆਂ ਤੱਕ, ਇੱਕ ਦਹਾਕਾ ਨਹੀਂ ਕਿਹਾ, ਕਿ ਰਾਜਨੀਤੀ ਦੇ ਕੇਂਦਰ ਦੇ ਵਿੱਚ ਭਾਜਪਾ ਰਹੂਗੀ। ਚਾਹੇ ਉਹ ਜਿੱਤੇ ਚਾਹੇ ਉਹ ਹਾਰੇ, ਜਿੱਤ ਹਾਰ ਦਾ ਗੱਲ ਨਹੀਂ, ਪਰ ਤਾਕਤਵਰ ਪਾਰਟੀ ਰਹੂ। ਉਹ ਕਹਿੰਦੇ ਉਵੇਂ ਹੀ ਨਾਲ ਉਹਨਾਂ ਨੇ ਹਵਾਲਾ ਦਿੱਤਾ ਜਿਵੇਂ ਕਾਂਗਰਸ ਲਈ ਸ਼ੁਰੂਆਤੀ 40 ਸਾਲ ਸਨ। ਕਾਂਗਰਸ ਭਾਵੇਂ ਜਿੱਤੀ ਭਾਵੇਂ ਹਾਰਦੀ, ਪਰ ਕੇਂਦਰ 'ਚ ਸੱਤਾ 'ਚ ਰਹਿੰਦੀ ਰਹੀ, ਕਿਸੇ ਨੂੰ ਕਿਸੇ ਤਰੀਕੇ ਸਰਗਰਮ ਰਹਿੰਦੀ ਰਹੀ, ਵੱਡੀ ਪਾਰਟੀ ਬਣ ਕੇ ਰਹਿੰਦੀ ਰਹੀ। ਪਰ ਜੇ ਹੁਣ ਪ੍ਰਸ਼ਾਂਤ ਕਿਸ਼ੋਰ ਦਾ ਇਹ ਬਿਆਨ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇੰਨੇ ਹਲਕੇ ਵਿੱਚ ਨਾ ਲਿਆ ਜਾਵੇ, ਉਹ ਕਹਿੰਦੇ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਗਲੀਆਂ ਚੋਣਾਂ ਹਾਰ ਜਾਣ, ਪਰ ਉਹ ਕਹਿੰਦੇ ਮੋਦੀ ਦੇ ਹਾਰ ਨਾਲ ਭਾਜਪਾ ਖਤਮ ਨਹੀਂ ਹੋਣ ਲੱਗੀ। ਸੋ ਇਹ ਬਹੁਤ ਵੱਡਾ ਬਿਆਨ ਹੈ। ਇਹਦੇ ਉੱਤੇ ਕਾਂਗਰਸ ਪਾਰਟੀ ਨੂੰ ਤੇ ਬਾਕੀ ਵਿਰੋਧੀ ਧਿਰਾਂ ਨੂੰ ਆਪੋ ਆਪਣੇ ਪੀੜੀ ਦੇ ਹੇਠ, ਮੰਜੀ ਦੇ ਹੇਠ ਸੋਟਾ ਫੇਰ ਲੈਣਾ ਚਾਹੀਦਾ ਕਿ ਉਹ ਕਿੱਥੇ ਖੜੇ ਨੇ ਤੇ ਭਾਰਤੀ ਜਨਤਾ ਪਾਰਟੀ ਕਿੱਥੇ ਖੜੀ ਹੈ। ਤੇ ਦੂਸਰੇ ਪਾਸੇ ਕਿਸਾਨ ਆਗੂ ਰਾਕੇਸ਼ ਟਕੈਤ ਆਪਣੇ ਤੱਤੇ ਬਿਆਨ ਵੀ ਦਿੰਦੇ ਰਹਿੰਦੇ ਨੇ। ਆ ਜਿਹੜੇ ਖੇਤੀ ਸੁਧਾਰ ਕਾਨੂੰਨ ਬਣੇ ਨੇ, ਇਹਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਵਿੱਚੋਂ ਉਹ ਇੱਕ ਨੇ। ਹੁਣ ਤੁਸੀਂ ਦੇਖੋ ਕਿ ਉਹ ਭਾਜਪਾ ਦੇ ਖਿਲਾਫ ਵੀ ਮੋਰਚਾ ਖੋਲ੍ਹਦੇ ਨੇ ਤੇ ਨਾਲ ਸਮੇਂ-ਸਮੇਂ ਤੇ ਮਹਾਪੰਚਾਇਤਾਂ ਜਾਂ ਕੁਝ ਹੋਰ ਕਾਰਨਾਂ ਕਰਕੇ ਵੀ ਉਹ ਸਦਾ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ। ਹੁਣ ਬੀਤੇ ਦਿਨੀ ਨਵੀਂ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਸੀ ਤੇ ਉਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਸੀ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ, ਜਿੱਥੇ ਖਬਰ ਮਿਲ ਰਹੀ ਹੈ ਕਿ ਭਾਜਪਾ ਦੇ ਆਗੂਆਂ ਦੇ ਨਾਲ ਉਹਨਾਂ ਦੀ ਤਿੱਖੀ ਬਹਿਸ ਹੋਈ। ਉੱਥੇ ਹੀ ਜਥੇਬੰਦੀ ਦੇ ਨੁਮਾਇੰਦਿਆਂ ਨੇ ਦਿੱਲੀ ਹਰਿਆਣਾ ਸਰਹੱਦ ਤੇ ਪਏ ਰਸਤਿਆਂ ਨੂੰ ਖੋਲ੍ਹਣ ਦਾ ਮੁੱਦਾ ਵੀ ਚੁੱਕਿਆ। ਉਹਨਾਂ ਅੰਦੋਲਨ ਦੀ ਵਿਧੀ ਤੇ ਵੀ ਸਵਾਲ ਖੜੇ ਕੀਤੇ। ਦਰਅਸਲ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਨੇ ਮੂਲ ਚੰਦ ਸ਼ਰਮਾ ਨੇ ਰਾਕੇਸ਼ ਟਕੈਤ ਨੂੰ ਸਿੱਧੇ ਤੌਰ ਤੇ ਕਿਹਾ ਕਿ ਕਿਸਾਨ ਖੇਤ ਵਿੱਚ ਕੰਮ ਕਰਦੇ ਨੇ ਜਾਂ ਫਿਰ ਮੰਡੀਆਂ ਦੇ ਵਿੱਚ ਫਸਲ ਵੇਚਦੇ ਨੇ, ਔਰ ਪਹਿਲਾਂ ਵਾਂਗੂ ਘੱਟੋ ਘੱਟ ਸਮਰਥਨ ਮੁੱਲ ਤੇ ਵੇਚ ਰਹੇ ਨੇ। ਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਤਿੰਨੇ ਖੇਤੀ ਸੁਧਾਰ ਕਾਨੂੰਨ ਨੇ, ਇਹਨਾਂ ਦੇ ਉੱਤੇ ਫਿਲਹਾਲ ਸੁਪਰੀਮ ਕੋਰਟ ਦੀ ਰੋਕ ਲਾਈ ਹੋਈ ਹੈ। ਫਿਰ ਦੱਸਿਓ ਕਿ ਤੁਸੀਂ ਅੰਦੋਲਨ ਕਿਉਂ ਕਰ ਰਹੇ ਹੋ, ਜਿਸ ਵਿੱਚ ਸੋਨੀਪਤ ਤੇ ਬਹਾਦਰਗੜ੍ਹ ਸਰਹੱਦ ਤੇ ਬੀਤੇ 11 ਮਹੀਨਿਆਂ ਨੂੰ ਤੁਸੀਂ ਬੰਦ ਕੀਤਾ ਪਿਆ। ਇਹਨਾਂ ਸਰਹੱਦਾਂ ਦੇ ਆਲੇ ਦੁਆਲੇ ਉਦਯੋਗ ਵਪਾਰ ਠੱਪ ਹੋਏ ਪਏ ਨੇ, ਬੱਸ ਸੇਵਾਵਾਂ ਪ੍ਰਭਾਵਿਤ ਹੋਈਆਂ ਪਈਆਂ ਨੇ, ਸੜਕਾਂ ਬੰਦ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਜ਼ਾਰਾਂ ਲੋਕ ਬੇਰੁਜ਼ਗਾਰ ਹੋ ਰਹੇ ਨੇ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ, ਪਰ ਅੰਦੋਲਨ ਅਜਿਹੇ ਵਿਸ਼ੇ ਤੇ ਹੈ ਜਿਸ ਦਾ ਜਨਤਾ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਅਤੇ ਉਹਨਾਂ ਦਾ ਤੁਹਾਨੂੰ ਸਮਰਥਨ ਹੈ ਨਹੀਂ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਦੱਖਣੀ ਹਰਿਆਣਾ ਦੇ ਰੇਵਾੜੀ, ਮਹਿੰਦਰਗੜ੍ਹ, ਫਰੀਦਾਬਾਦ, ਗੁਰੂਗ੍ਰਾਮ, ਪਲਵਲ ਨੂੰ ਕਿਤੇ ਵੀ ਕੋਈ ਅੰਦੋਲਨ ਨਹੀਂ ਚੱਲ ਰਿਹਾ ਕਿਉਂਕਿ ਕਿਸਾਨ ਅੰਦੋਲਨ ਕਰ ਹੀ ਨਹੀਂ ਰਹੇ। ਮੈਂ ਦੱਸ ਦਿਆਂ ਕਿ ਭਾਰਤੀ ਜਨਤਾ ਪਾਰਟੀ ਦੇ ਕਿਸੇ ਆਗੂ ਨੇ ਪਹਿਲੀ ਵਾਰੀ ਨਹੀਂ ਕਿਹਾ, ਅੱਗੇ ਵੀ ਕਿਹਾ ਸੀ। ਮਨੋਹਰ ਲਾਲ ਖੱਟੜ ਜੀ ਵੀ ਆਖ ਚੁੱਕੇ ਨੇ ਕਿ ਕਿਸਾਨ ਤਾਂ ਖੇਤਾਂ 'ਚ ਹੁੰਦੇ ਆ, ਖੇਤਾਂ 'ਚ ਹੋਣੇ ਚਾਹੀਦੇ ਆ, ਪਰ ਖੇਤਾਂ 'ਚੋਂ ਬਾਹਰ ਕੱਢ ਕੇ ਕੌਣ ਲਿਆਇਆ?
ਇੰਨਾ ਹੀ ਨਹੀਂ, ਭਾਜਪਾ ਦੇ ਵਿਧਾਇਕ ਸੀਮਾ ਤ੍ਰਿਖਾ ਦੀ ਵੀ ਰਾਕੇਸ਼ ਟਕੈਤ ਦੇ ਨਾਲ ਬਹਿਸ ਹੋਈ। ਟਰਾਂਸਪੋਰਟ ਮੰਤਰੀ ਤੋਂ ਬਾਅਦ ਫਰੀਦਾਬਾਦ ਦੇ ਬੜਖਲ ਇਲਾਕੇ ਤੋਂ ਭਾਜਪਾ ਵਿਧਾਇਕ ਨੇ ਸੀਮਾ ਤ੍ਰਿਖਾ ਉਹ ਟਕੈਤ ਸਾਹਿਬ ਨਾਲ ਬਹਿਸ ਕਰਨ ਲੱਗ ਪਏ। ਉਹਨਾਂ ਨੇ ਕਿਹਾ ਕਿ ਉਹ ਰਾਜਨੀਤੀ ਕਰਨਾ ਚਾਹੁੰਦੇ ਆ ਤਾਂ ਕਿ ਫਿਰ ਉਹ ਚੋਣਾਂ ਲੜ ਸਕਣ। ਇਸ ਗੱਲ ਕਰਕੇ ਤੁਸੀਂ ਕਹਿੰਦੇ ਗਰਾਊਂਡ ਤਿਆਰ ਕਰ ਰਹੇ ਹੋ, ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਹੋ। ਉਹਨਾਂ ਸਵਾਲ ਕੀਤਾ ਕਿ ਪੱਛਮੀ ਬੰਗਾਲ ਚੋਣਾਂ ਵਿੱਚ ਦੱਸਣ ਕੀ ਕਰਨ ਗਏ ਸੀ। ਉਹ ਟਕੈਤ ਨੂੰ ਸਵਾਲ ਕਰ ਰਹੇ ਸੀ। ਟਕੈਤ ਨੇ ਸੀਮਾ ਦੇ ਸਵਾਲ ਦਾ ਜਵਾਬ ਦਿੱਤਾ। ਉਹ ਕਹਿੰਦੇ ਕੋਈ ਨਹੀਂ, ਯੂਪੀ 'ਚ ਚੋਣਾਂ ਆਉਣ ਵਾਲੀਆਂ ਨੇ, ਉੱਥੇ ਪਤਾ ਲੱਗ ਜੂ ਭਾਈ ਕਿ ਕਿਸਾਨ ਸੜਕਾਂ ਤੇ ਹੈ ਜਾਂ ਕਿਸਾਨ ਖੇਤਾਂ 'ਚ ਹੈ। ਜਨਤਾ ਤੁਹਾਨੂੰ ਜਵਾਬ ਦੇ ਦੂਗੀ। ਇਸ ਮਸਲੇ ਤੇ ਸੀਮਾ ਨੇ ਫਿਰ ਜਵਾਬ ਦਿੱਤਾ ਕਿ ਜਨਤਾ ਨੇ ਤਾਂ ਸਾਨੂੰ ਪਹਿਲਾਂ ਹੀ ਜਵਾਬ ਦਿੱਤਾ ਹੋਇਆ ਹੈ। ਉਹਨਾਂ ਨੇ ਚੁਣ ਕੇ ਸਾਨੂੰ ਜਨਤਾ ਦੇ ਸੇਵਾ ਲਈ ਬਿਠਾਇਆ ਹੋਇਆ। ਮੈਂ ਵਿਧਾਇਕ ਹਾਂ। ਫਰੀਦਾਬਾਦ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ BR ਭਾਟੀਆ, ਉਹਨਾਂ ਨੇ ਟਕੈਤ ਨੂੰ ਕਿਹਾ ਕਿ ਕਿਸਾਨ ਅੰਦੋਲਨ ਦੀ ਦਿਸ਼ਾ ਠੀਕ ਨਹੀਂ। ਜਦੋਂ ਸਰਕਾਰ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਵਾਸਤੇ ਸੱਦਾ ਦਿੰਦੀ ਹੈ ਤਾਂ ਕਿਸਾਨ ਜਥੇਬੰਦੀਆਂ ਦਾ ਕਹਿਣਾ ਕਿ ਪਹਿਲਾਂ ਤਿੰਨੇ ਕਾਨੂੰਨ ਰੱਦ ਕਰੋ। ਉਹ ਕਹਿੰਦੇ ਜੇ ਤਿੰਨੇ ਕਾਨੂੰਨ ਰੱਦ ਹੋ ਗਏ ਤਾਂ ਸਰਕਾਰ ਕਿਹੜੇ ਮੁੱਦੇ ਤੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਉਹਨਾਂ ਨੂੰ ਸੱਦੂ। ਇਸ ਲਈ ਕਿਸਾਨ ਜਥੇਬੰਦੀਆਂ ਨੂੰ ਬਗੈਰ ਕਿਸੇ ਸ਼ਰਤ ਦੇ ਗੱਲਬਾਤ ਕਰਨੀ ਚਾਹੀਦੀ ਹੈ। ਤੇ ਭਾਟੀਆ ਨੇ ਕਿਹਾ ਕਿ ਦਿੱਲੀ ਹਰਿਆਣਾ ਸਰਹੱਦ ਤੇ ਬੰਦ ਪਈਆਂ ਸੜਕਾਂ, ਉਦਯੋਗ ਇਹ ਪ੍ਰਭਾਵਿਤ ਹੋ ਰਹੇ ਨੇ, ਆਮ ਲੋਕ ਪ੍ਰਭਾਵਿਤ ਹੋ ਰਹੇ ਨੇ। ਇਸ ਲਈ ਬੰਦ ਪਈਆਂ ਸੜਕਾਂ ਨੂੰ ਖੋਲ੍ਹਣਾ ਚਾਹੀਦਾ ਹੈ। ਪਰ ਕਿਸਾਨ ਵਾਰ-ਵਾਰ ਆਖ ਚੁੱਕੇ ਨੇ ਕਿ ਸੜਕਾਂ ਅਸੀਂ ਬੰਦ ਨਹੀਂ ਕੀਤੀਆਂ। ਅੱਗੇ ਚੱਲ ਕੇ ਤੁਹਾਨੂੰ ਇਸ ਮਸਲੇ ਦੇ ਉੱਤੇ ਇੱਕ ਹੋਰ ਵੱਡੀ ਖਬਰ ਵੀ ਸਾਂਝੀ ਕਰਦੇ ਹਾਂ। ਪਰ ਹੁਣ ਦੂਸਰੇ ਪਾਸੇ ਕਿਸਾਨ ਕੀ ਕਹਿੰਦੇ ਨੇ? ਕਿਸਾਨ ਕਹਿੰਦੇ ਨੇ ਕਿ ਅਸੀਂ ਆਪਣੀਆਂ ਮੰਗਾਂ ਵਾਸਤੇ ਬੈਠੇ ਹਾਂ। ਜਿਹੜੇ ਸੁਪਰੀਮ ਕੋਰਟ ਦਾ ਹਵਾਲਾ ਟਰਾਂਸਪੋਰਟ ਮੰਤਰੀ ਨੇ ਦਿੱਤਾ ਕਿ ਜਦੋਂ ਕਾਨੂੰਨ ਸਟੇ ਹੋਏ ਨੇ ਤੁਸੀਂ ਪ੍ਰਦਰਸ਼ਨ ਕਿਉਂ ਕਰ ਰਹੇ ਹੋ। ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਮਿਸਟਰ BR ਲੋਕਰ, ਸਾਬਕਾ ਜੱਜ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ ਕਿ ਦੱਸਿਓ ਕਿ ਕੀ ਜੇਕਰ ਕਾਨੂੰਨ ਸਟੇ ਹੋਏ ਹੋਣ ਤਾਂ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਮਾਣਯੋਗ ਅਦਾਲਤ ਨੇ ਬੀਤੇ ਦਿਨੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਭਾਵੇਂ ਕੋਈ ਕਾਨੂੰਨ ਸਟੇ ਵੀ ਕੀਤੇ ਹੋਣ, ਪ੍ਰਦਰਸ਼ਨ ਕਰਨ ਦਾ ਲੋਕ ਹੱਕ ਤਾਂ ਵੀ ਰੱਖਦੇ ਆ। ਮੈਨੂੰ ਲੱਗਦਾ ਹੈ ਕਿ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਸੁਪਰੀਮ ਕੋਰਟ ਦੀ ਉਹ ਟਿੱਪਣੀ ਤੇ ਵੀ ਗੌਰ ਕਰਨਾ ਚਾਹੀਦਾ ਹੈ। ਦੂਸਰੀ ਗੱਲ, ਭਾਵੇਂ ਉਦਯੋਗਪਤੀ ਭਾਵੇਂ ਵਿਧਾਇਕ ਜੀ ਇਹ ਗੱਲ ਆਖਦੇ ਨੇ ਕਿ ਸੜਕਾਂ ਖੋਲ੍ਹ ਦਿਓ। ਇਹ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਹਾਂ ਕਿ ਜੇ ਸੜਕਾਂ ਬੰਦ ਸੀ ਤਾਂ ਕਿਹਨੇ ਕੀਤੀਆਂ ਸੀ, ਤੇ ਜੇ ਸੜਕਾਂ ਖੋਲ੍ਹੀਆਂ ਨੇ ਤਾਂ ਹੁਣ ਕੌਣ ਖੋਲ੍ਹ ਰਿਹਾ ਹੈ। ਪਰ ਆ ਅਗਲੀ ਜਿਹੜੀ ਖਬਰ ਹੈ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ, ਜਿਸ ਨੇ ਕਿਸਾਨਾਂ 'ਚ, ਜਿਸ ਨੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਸਿਆਸੀ ਭੁਚਾਲ ਰੱਖ ਕੇ ਰੱਖ ਦਿੱਤਾ ਹੈ। ਵਿਧਾਨ ਸਭਾ ਚੋਣਾਂ ਬਹੁਤੀ ਦੂਰ ਨਹੀਂ, ਉਹਦੇ ਮੱਦੇਨਜ਼ਰ ਸਾਰੀਆਂ ਸਿਆਸੀ ਤਰ੍ਹਾਂ ਜ਼ਮੀਨ ਖੋਜ ਰਹੀਆਂ ਨੇ ਕਿ ਅਸੀਂ ਜਿੱਤੀਏ ਤੇ ਅਸੀਂ ਜਿੱਤੀਏ। ਹੁਣ ਇਹਨਾਂ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਬਿਆਨ ਆਇਆ ਕਿ ਭਾਜਪਾ ਦੇ ਨਾਲ ਸੀਟਾਂ ਦੀ ਵੰਡ। ਇਹ ਬਿਆਨ ਤੋਂ ਬਾਅਦ ਸਿਆਸੀ ਪਾਰਾ ਗਰਮਾ ਗਿਆ। ਕੈਪਟਨ ਨਾਲ ਸਾਂਝ ਪਾਉਣ ਨੂੰ ਲੈ ਕੇ ਦੂਸਰੇ ਪਾਸੇ ਭਾਜਪਾ ਵਾਲੇ ਖਬਰਾਂ ਮਿਲ ਰਹੀਆਂ ਨੇ ਕਿ ਚੱਕੋ ਤੱਕੀ 'ਚ ਨੇ। ਕੋਈ ਵੀ ਆਗੂ ਇਸ ਮੁੱਦੇ ਤੇ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ। ਕੇਂਦਰੀ ਜਲ ਮੰਤਰੀ ਅਤੇ ਪੰਜਾਬ ਭਾਜਪਾ ਦੇ ਚੋਣ ਇੰਚਾਰਜ ਨੇ ਗਜੇਂਦਰ ਸਿੰਘ ਸ਼ੇਖਾਵਤ, ਉਹ ਚੇਚੇ ਤੌਰ ਤੇ ਚੰਡੀਗੜ੍ਹ ਪਹੁੰਚੇ ਹੋਏ ਸੀ। ਉਹਨਾਂ ਨੂੰ ਇਹ ਸਵਾਲ ਪੁੱਛ ਲਿਆ ਕਿ ਕੈਪਟਨ ਪਾਰਟੀ ਬਣਾ ਰਹੇ ਨੇ, ਕੈਪਟਨ ਨਾਲ ਸੀਟਾਂ ਦੀ ਵੰਡ ਤੁਸੀਂ ਕੀਤੀ ਜਾਣੀ ਹੈ, ਇਹਦਾ ਜਵਾਬ ਦਿਓ। ਉਹ ਕਹਿੰਦੇ ਇਹਦਾ ਜਵਾਬ ਮੈਂ ਨਹੀਂ ਦੇ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਹਦਾ ਜਵਾਬ ਉਹੀ ਦੇ ਸਕਦੇ ਨੇ। ਉਹ ਕਹਿੰਦੇ ਉਹਨਾਂ ਨਾਲ ਗੱਠਜੋੜ ਜਾਂ ਸੀਟਾਂ ਦੀ ਵੰਡ ਦਾ ਫੈਸਲਾ ਤਾਂ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ। ਪਰ ਸੂਤਰ ਦੱਸਦੇ ਹੈ ਕਿ ਭਾਜਪਾ ਆਗੂ ਕੈਪਟਨ ਨਾਲ ਸਾਂਝ ਪਾਉਣ ਦੇ ਮੁੱਦੇ ਤੇ ਜੱਕੋ ਤੱਕੀ ਵਿੱਚ ਨੇ ਇਸ ਵਕਤ। ਇਸ ਮੁੱਦੇ ਤੇ ਸਾਂਝ ਭਿਆਲੀ ਕਰਨ ਤੋਂ ਪਹਿਲਾਂ ਉਹ ਸਰਵੇ ਕਰਵਾਉਣਾ ਚਾਹੁੰਦੇ ਨੇ। ਪਾਰਟੀ ਵਰਕਰਾਂ ਦੀ ਰਾਏ ਵੀ ਪੁੱਛ ਰਹੇ ਨੇ ਕਿ ਕੈਪਟਨ ਨਾਲ ਚੋਣ ਸਮਝੌਤਾ ਕਰਨ ਨਾਲ ਪਾਰਟੀ ਨੂੰ ਕੋਈ ਫਾਇਦਾ ਹੋ ਜਾਂ ਫਿਰ ਨੁਕਸਾਨ ਹੋ। ਨੁਕਸਾਨ ਜਾਂ ਫਾਇਦੇ ਦੀ ਗੱਲ ਕਿਉਂ ਸੋਚ ਰਹੇ ਨੇ? ਅੱਜ ਤੱਕ ਤਾਂ ਉਹ ਕੋਈ ਆਗੂ ਲੱਭਦੇ ਫਿਰਦੇ ਸੀ ਕਿ ਪੰਜਾਬ ਦੇ ਵਿੱਚੋਂ ਕੋਈ ਵੱਡਾ ਸਿੱਖ ਚਿਹਰਾ ਲੱਭੇ। ਹੁਣ ਕੈਪਟਨ ਅਮਰਿੰਦਰ ਸਿੰਘ ਇੱਕ ਵੱਡੇ ਸਿੱਖ ਚਿਹਰੇ ਵਜੋਂ ਪੰਜਾਬ 'ਚ ਵਿਚਰ ਰਹੇ ਨੇ, ਬੀਤੇ ਕਈ ਦਹਾਕਿਆਂ ਤੋਂ ਵਿਚਰ ਰਹੇ ਨੇ। ਪਰ ਹੁਣ ਪਾਰਟੀ ਜੱਕੋ ਤੱਕੀ 'ਚ ਕਿਉਂ ਹੈ? ਵੱਡਾ ਸਵਾਲ ਇਹ ਹੈ। ਦਰਅਸਲ ਪੰਜਾਬ ਦੀਆਂ 117 ਸੀਟਾਂ ਤੇ ਪਹਿਲੀ ਵਾਰੀ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਉਹ ਚੋਣ ਲੜਨਾ ਚਾਹੁੰਦੀ ਹੈ, ਕਿਸੇ ਨਾਲ ਸਮਝੌਤਾ ਵੀ ਕਰਨਾ ਚਾਹੁੰਦੀ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਮਝੌਤਾ ਕਰਨ ਤੋਂ ਕਿਉਂ ਡਰਦੀ ਹੈ? ਉਹਦਾ ਕਾਰਨ ਹੈ ਕਿਉਂਕਿ ਭਾਜਪਾ ਇਹਨਾਂ ਆਗਾਮੀ ਚੋਣਾਂ ਦੇ ਵਿੱਚ ਭ੍ਰਿਸ਼ਟਾਚਾਰ, ਨਸ਼ੇ, ਮਾਫੀਆ, ਇਹ ਵੱਡੇ ਮੁੱਦੇ ਨੇ ਜਿਹੜੇ ਇਹਨਾਂ ਨੂੰ ਆਧਾਰ ਬਣਾ ਕੇ ਚੋਣ ਮੈਦਾਨ ਵਿੱਚ ਨਿਤਰਨਾ ਚਾਹੁੰਦੀ ਹੈ। ਪਰ
ਕੈਪਟਨ ਅਮਰਿੰਦਰ ਸਿੰਘ ਬੀਤੇ 4.5 ਸਾਲ ਮੁੱਖ ਮੰਤਰੀ ਰਹੇ ਅਤੇ ਆਹੀ ਮੁੱਦੇ ਉਹ ਸੀ, ਇਹਨਾਂ ਦੇ ਉੱਤੇ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ। ਕੋਈ ਖਾਸ ਕੰਮ ਉਹਨਾਂ ਦਾ ਨਜ਼ਰ ਨਹੀਂ ਆਉਂਦਾ। ਹੁਣ ਇਸੇ ਹੀ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੋਚਦੇ ਨੇ ਕਿ ਕੈਪਟਨ ਦਾ ਉਹਨਾਂ ਨੂੰ ਫਾਇਦਾ ਹੋਣ ਦੀ ਬਜਾਏ ਕਿਤੇ ਉਲਟਾ ਨੁਕਸਾਨ ਨਾ ਹੋ ਜੇ। ਇਸੇ ਕਰਕੇ ਭਾਜਪਾ ਦੇ ਜਿਹੜੇ ਕੁਝ ਸੀਨੀਅਰ ਆਗੂ ਨੇ ਉਹ ਇਹ ਆਖ ਰਹੇ ਨੇ ਕਿ ਪਾਰਟੀ ਹਾਈ ਕਮਾਂਡ ਪਹਿਲੀ ਗੱਲ ਤਾਂ ਇਸ ਮਸਲੇ ਤੇ ਕੋਈ ਫੈਸਲਾ ਕਰੂ। ਦੂਸਰਾ, ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਸ਼ਾਇਦ ਉਹ ਪਹਿਲਾਂ ਇੱਕ ਸਰਵੇ ਕਰਵਾਉਣਗੇ। ਜੇ ਸਰਵੇ ਹੱਕ 'ਚ ਆਉਂਦਾ ਨਜ਼ਰ ਆਇਆ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਫੈਸਲਾ ਕਰ ਲਿਆ ਜਾਏਗਾ, ਸਮਝੌਤਾ ਕਰ ਲਿਆ ਜਾਏਗਾ। ਨਹੀਂ ਕਿਤੇ ਉਹੀ ਗੱਲ ਨਾ ਹੋਵੇ ਕਿ ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ। ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੱਖਰੇ ਹੋ ਕੇ ਇੱਕ ਵੱਖਰੀ ਪਾਰਟੀ ਬਣਾਉਣ ਵਾਲੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਉਹਨਾਂ ਬਾਰੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਕਿ ਅਸੀਂ ਉਹਨਾਂ ਨਾਲ ਵੀ ਸਾਂਝ ਪਾ ਸਕਦੇ ਹਾਂ। ਉਹ ਕਹਿੰਦੇ ਦੇਖੋ, ਕਿਸੇ ਤਰ੍ਹਾਂ ਦਾ ਚੋਣ ਸਮਝੌਤਾ ਜਾਂ ਸੀਟਾਂ ਦੀ ਵੰਡ ਦਾ ਕੋਈ ਫੈਸਲਾ ਹਾਲੇ ਅਸੀਂ ਕੁਝ ਕੀਤਾ ਹੀ ਨਹੀਂ। ਢੀਂਡਸਾ ਨੇ ਇਸ ਬਿਆਨ ਨੂੰ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਸੀ ਬਿਲਕੁਲ ਨਕਾਰ ਦਿੱਤਾ ਹੈ। ਉਹ ਕਹਿੰਦੇ ਕੈਪਟਨ ਆਪਣੇ ਕਾਰਜਕਾਲ ਦੌਰਾਨ ਬੇਅਦਬੀ, ਬਰਗਾੜੀ ਕਾਂਡ, ਮਾਫੀਆ ਰਾਜ ਇਹ ਮੁੱਦਿਆਂ ਤੇ ਅਸਫਲ ਰਿਹਾ ਹੈ। ਕਾਂਗਰਸ ਨੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਇਸੇ ਕਰਕੇ ਕੀਤਾ ਕਿ ਆ ਵੱਡੇ ਮੁੱਦੇ ਉਹ ਹੱਲ ਨਹੀਂ ਕਰ ਸਕਿਆ। ਢੀਂਡਸਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਕੈਪਟਨ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ, ਫਿਰ ਅਸੀਂ ਉਹਨਾਂ ਦੇ ਨਾਲ ਸਾਂਝ ਕਿਵੇਂ ਕਰ ਸਕਦੇ ਹਾਂ। ਪਰ ਬੀਤੇ ਦਿਨੀ ਪ੍ਰੈਸ ਕਾਨਫਰੰਸ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਇੱਕ ਹੋਰ ਵੱਡੀਆਂ ਗੱਲਾਂ ਆਖੀਆਂ ਜਿਹਨੂੰ ਲੈ ਕੇ ਸੱਚਮੁੱਚ ਸਿਆਸੀ ਪਾਰਾ ਗਰਮਾਇਆ ਹੋਇਆ। ਇੱਕ ਤਾਂ ਗੱਲ ਉਹਨਾਂ ਨੇ ਇਹ ਆਖੀ ਸੀ ਕਿ ਮੇਰੇ ਕੋਲ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦਾ ਹਾਲੇ ਕੋਈ ਫਾਰਮੂਲਾ ਨਹੀਂ, ਪਰ ਬੀਤੇ ਦਿਨੀ ਉਹ ਆਖ ਚੁੱਕੇ ਸੀ ਬਲੂਪ੍ਰਿੰਟ ਤਿਆਰ ਕਰ ਰਹੇ ਆ। ਇਸੇ ਹੀ ਮਸਲੇ ਨੂੰ ਆਧਾਰ ਬਣਾ ਕੇ ਉਹ ਕੱਲ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਗੱਲਬਾਤ ਕਰਨ ਵਾਸਤੇ ਗਏ ਸੀ। ਨਾਲ 25 ਕੁ ਵਿਅਕਤੀਆਂ ਦਾ ਇੱਕ ਡੈਲੀਗੇਸ਼ਨ ਲੈ ਕੇ ਗਏ ਸੀ, ਦਿੱਲੀ ਪਹੁੰਚ ਵੀ ਗਏ ਸੀ, ਪਰ ਅਮਿਤ ਸ਼ਾਹ ਹੋਰਾਂ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਇਹ ਜਿਹੜਾ ਡੈਲੀਗੇਸ਼ਨ ਜਾ ਰਿਹਾ ਹੈ ਇਹ ਨੌਨ ਪੋਲੀਟੀਕਲ ਹੈ, ਪੋਲੀਟੀਕਲ ਏਜੰਡਾ ਕੋਈ ਨਹੀਂ। ਪਰ ਦੂਸਰੇ ਪਾਸੇ ਲੋਕ ਇਹ ਵੀ ਪੁੱਛ ਰਹੇ ਨੇ ਕਿ ਜੇਕਰ 25 ਵਿਅਕਤੀ ਜਿਨ੍ਹਾਂ ਨੂੰ ਖੇਤੀ ਕਾਨੂੰਨਾਂ ਦੀ ਮੁਹਾਰਤ ਹੈ, ਖੇਤੀ ਦੇ ਮਾਹਰ ਨੇ, ਪਿਛਲੇ ਸਾਲ ਭਰ ਤੋਂ ਜਦੋਂ ਦੇ ਇਹ ਖੇਤੀ ਕਾਨੂੰਨ ਬਣੇ ਉਦੋਂ ਦੇ ਲੱਭੇ ਨਹੀਂ ਸੀ ਜਾਂ ਤੁਸੀਂ ਲਿਜਾਣਾ ਨਹੀਂ ਸੀ ਚਾਹੁੰਦੇ, ਇਹ ਵੀ ਇੱਕ ਵੱਡਾ ਸਵਾਲ ਹੈ। ਤੇ ਅਗਲਾ ਇੱਕ ਜਿਹੜਾ ਉਹਨਾਂ ਨੇ ਬਿਆਨ ਹੋਰ ਦਿੱਤਾ ਉਹਦੇ ਨਾਲ ਤਥੱਲੀ ਮਚ ਗਈ। ਦਿੱਲੀ ਦੀਆਂ ਸਰਹੱਦਾਂ ਤੇ ਸੰਯੁਕਤ ਕਿਸਾਨ ਮੋਰਚਾ ਬੈਠਾ ਹੈ ਤੇ ਇਸ ਮੋਰਚੇ ਦੀ ਅਗਵਾਈ ਵੀ ਉਹ ਸਾਰੇ ਕਿਸਾਨ ਆਗੂ ਕਰ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਉਹਨਾਂ ਨਾਲ ਮੇਰੀ ਕੋਈ ਗੱਲਬਾਤ ਨਹੀਂ, ਪਰ ਮੋਰਚੇ ਦੀ ਅਗਵਾਈ ਉਹ ਕਰ ਰਹੇ ਨੇ ਜਿਨ੍ਹਾਂ ਨਾਲ ਉਹ ਕਹਿੰਦੇ ਮੇਰੀ ਗੱਲਬਾਤ ਨਹੀਂ। ਤੇ ਇੱਕ ਹੋਰ ਵੱਡਾ ਖੁਲਾਸਾ, ਉਹ ਕਹਿੰਦੇ ਕੇਂਦਰ ਸਰਕਾਰ ਅੰਦੋਲਨ ਕਰ ਰਹੇ ਕਿਸਾਨਾਂ ਦੇ ਸੰਪਰਕ ਵਿੱਚ ਹੈ। ਭਾਵੇਂ ਆਪਾਂ ਨੂੰ ਤਾਂ ਇੰਨਾ ਹੀ ਪਤਾ ਹੈ ਕਿ 22 ਜਨਵਰੀ 2021 ਤੋਂ ਬਾਅਦ ਕਿਸਾਨਾਂ ਦੀ ਤੇ ਕੇਂਦਰ ਸਰਕਾਰ ਦੀ ਆਪਸ 'ਚ ਕੋਈ ਗੱਲਬਾਤ ਹੋ ਨਹੀਂ ਸਕੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਜਿਹੜਾ ਬਿਆਨ ਹੈ ਇਹ ਕੁਝ ਹੋਰ ਤਸਦੀਕ ਕਰੀ ਜਾਂਦਾ ਹੈ। ਉਹ ਕਹਿੰਦੇ ਭਾਵੇਂ ਪ੍ਰਤੱਖ ਰੂਪ ਦੇ ਵਿੱਚ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਕੋਈ ਮੀਟਿੰਗ ਨਹੀਂ ਹੋ ਰਹੀ, ਪਰ ਬੈਕ ਚੈਨਲ ਦੇ ਰਾਹੀਂ ਗੱਲਬਾਤ ਜਾਰੀ ਹੈ। ਹੁਣ ਇਹ ਹੈਰਾਨੀ ਦੀ ਗੱਲ ਹੈ ਕਿ ਬੈਕ ਚੈਨਲ ਕਿਹੜਾ ਬਈ? ਇਸ ਬਿਆਨ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਵੀ ਆਪਣੀ ਸਥਿਤੀ ਸਪਸ਼ਟ ਕਰਨੀ ਪਊ ਕਿ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਲੁਕਵੀਂ ਡੋਰ ਰਾਹੀਂ ਗੱਲਾਂ ਹੋ ਰਹੀਆਂ ਨੇ, ਬੈਕ ਚੈਨਲ ਹੈ ਕੋਈ, ਉਹ ਬੈਕ ਚੈਨਲ ਕਿਹੜਾ ਹੈ? ਤੇ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਕਾਨੂੰਨ ਜਿੰਨੀ ਦੇਰ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਤੱਕ ਮੈਂ ਆਪਣੀ ਪਾਰਟੀ ਲਾਂਚ ਨਹੀਂ ਕਰਦਾ। ਪਰ ਇਹਦਾ ਮਕਸਦ ਇਹ ਹੋਇਆ ਕਿ ਚੋਣਾਂ ਜਨਵਰੀ ਜਾਂ ਫਰਵਰੀ 'ਚ ਹੋ ਜਾਣੀਆਂ ਨੇ। ਕਿ ਇਹਦਾ ਮਤਲਬ ਜਨਵਰੀ ਜਾਂ ਫਰਵਰੀ ਤੋਂ ਪਹਿਲਾਂ ਇਹ ਮਸਲਾ ਹੱਲ ਹੋ ਜੂ? ਦੂਸਰਾ ਸਵਾਲ, ਕਿ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਕੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਨਹੀਂ ਬਣਾਉਣਗੇ? ਵਾਰ-ਵਾਰ ਉਹ ਕਹਿੰਦੇ ਆ ਕਿ ਮੇਰੀ ਸੋਚ ਤੇ ਭਾਜਪਾ ਵਾਲੇ ਕਹਿੰਦੇ ਨੇ ਕਿ ਸਾਡੀ ਸੋਚ ਇੱਕ ਦੂਸਰੇ ਨਾਲ ਮਿਲਦੀ ਹੈ। ਕਿ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਕੀ ਭਾਜਪਾ ਨਾਲ ਸਾਂਝ ਨਹੀਂ ਪਾਉਣਗੇ? ਸਵਾਲ ਬਹੁਤ ਨੇ। ਇਹਨਾਂ ਸਵਾਲਾਂ ਦਾ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਮਿਲ ਜਾਣ ਦੀ ਸੰਭਾਵਨਾ ਹੈ। ਤੇ ਇਹ ਉਹ ਜਾਣਕਾਰੀ ਹੈ ਜਿਹੜੀ ਇਹ ਵੀ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੈ। ਪਹਿਲਾਂ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਸੀ ਕਿ ਹਰਿਆਣਾ ਦੇ ਟਰਾਂਸਪੋਰਟ ਮੰਤਰੀ, ਕੁਝ ਉਦਯੋਗਪਤੀ ਅਤੇ ਵਿਧਾਇਕ ਕਹਿੰਦੇ ਹੈ ਕਿ ਰਸਤਾ ਖੋਲ੍ਹੋ ਬਈ, ਤੁਹਾਡੇ ਕਰਕੇ ਅਸੀਂ ਔਖੇ ਹੋਏ ਬੈਠੇ ਹਾਂ। ਹੁਣ ਦਿੱਲੀ ਹਰਿਆਣਾ ਦੇ ਟਿਕਰੀ ਸਰਹੱਦ 'ਤੇ, ਦਿੱਲੀ ਯੂਪੀ ਵਾਲੇ ਗਾਜ਼ੀਪੁਰ ਸਰਹੱਦ 'ਤੇ ਐਮਰਜੈਂਸੀ ਰੂਟ ਖੋਲ੍ਹਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਦਿੱਲੀ ਪੁਲਿਸ ਨੇ ਖੁਦ ਦੱਸਿਆ
ਕਿ ਕਿਸਾਨਾਂ ਦੇ ਨਾਲ ਸਹਿਮਤੀ ਬਣਨ ਤੋਂ ਬਾਅਦ ਦੋਵੇਂ ਪਾਸੇ ਲੱਗੇ ਬੈਰੀਕੇਡ ਅਸੀਂ ਚੁੱਕਣੇ ਸ਼ੁਰੂ ਕਰ ਦਿੱਤੇ ਹੈ। ਹੋ ਸਕਦਾ ਕਿ ਜਦ ਤੱਕ ਇਹ ਖਬਰ ਤੁਸੀਂ ਵੇਖੋ ਸੁਣੋ ਉਦੋਂ ਤੱਕ ਇਹ ਬੈਰੀਕੇਡ ਚੁੱਕ ਦਿੱਤੇ ਗਏ ਹੋਣ। ਪੁਲਿਸ ਨੇ ਪਤਾ ਲੱਗਾ ਕਿ ਦੇਰ ਸ਼ਾਮ JCB ਮਸ਼ੀਨਾਂ ਲਿਆਂਦੀਆਂ, ਸੀਮੈਂਟ ਦੇ ਜਿਹੜੇ ਵੱਡੇ ਵੱਡੇ ਭਾਰੀ ਬੈਰੀਕੇਡ ਰੱਖੇ ਹੋਏ ਸੀ ਉਹ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਔਰ 11 ਮਹੀਨਿਆਂ ਤੋਂ ਇਹ ਅੰਦੋਲਨ ਚੱਲ ਰਿਹਾ ਹੈ। ਅੰਦੋਲਨ ਦੇ ਕਾਰਨ ਇਹ ਦੋਵੇਂ ਮਹੱਤਵਪੂਰਨ ਰਸਤੇ ਬੰਦ ਕੀਤੇ ਪਏ ਸੀ। ਕੁਝ ਸਥਾਨਕ ਲੋਕ ਰਸਤਾ ਖੋਲ੍ਹਣ ਦੀ ਮੰਗ ਵੀ ਕਰ ਰਹੇ ਸੀ, ਜਿਹਨੂੰ ਲੈ ਕੇ ਉਹ ਅਦਾਲਤ ਦੇ ਦਰਵਾਜ਼ੇ ਤੱਕ ਖੜਕਾ ਚੁੱਕੇ ਹੈ। ਬੈਰੀਕੇਡ ਚੁੱਕਣ ਦੇ ਨਾਲ ਇਹ ਮੈਂ ਦੱਸਦਾ ਕਿ ਸੜਕਾਂ ਤੇ ਕੁਝ ਕਿੱਲਾਂ ਗੱਡੀਆਂ ਗਈਆਂ ਸੀ। ਉਹ ਵੀ ਖਬਰ ਮਿਲ ਰਹੀ ਹੈ ਕਿ ਡਰਿਲ ਮਸ਼ੀਨ ਦੇ ਨਾਲ ਪੁੱਟ ਦਿੱਤੀਆਂ ਗਈਆਂ ਨੇ ਅਤੇ ਸੜਕ ਦੇ ਵਿਚਕਾਰ ਵੀ ਕੁਝ ਵੱਡੇ ਪੱਥਰ ਰੱਖੇ ਹੋਏ ਸੀ, ਕਰੇਨਾਂ ਦੀ ਮਦਦ ਦੇ ਨਾਲ ਚੁੱਕ ਕੇ ਉਹ ਵੀ ਸਾਈਡ ਤੇ ਕਰ ਦਿੱਤੇ ਗਏ ਨੇ। ਹੁਣ ਇਹ ਰੱਖੇ ਕਦੋਂ ਗਏ ਸੀ? 26 ਅਕਤੂਬਰ ਵਾਲੇ ਦਿਨ ਸੁਪਰੀਮ ਕੋਰਟ ਦੇ ਆਦੇਸ਼ ਤੇ ਰਸਤਾ ਖੋਲ੍ਹਣ ਦੀ ਹਰਿਆਣਾ ਸਰਕਾਰ ਦੀ ਇੱਕ ਹਾਈ ਪਾਵਰ ਕਮੇਟੀ ਸੀ। ਬਹਾਦਰਗੜ੍ਹ ਦੇ ਵਿੱਚ ਕੁਝ ਕਿਸਾਨ ਪ੍ਰਤੀਨਿਧੀਆਂ ਤੇ ਕੁਝ ਉਦਯੋਗਪਤੀਆਂ ਦੇ ਨਾਲ ਬੈਠਕ ਕੀਤੀ ਗਈ ਸੀ, ਪਰ ਇਹ ਰੱਖੇ ਗਏ ਸੀ 26 ਜਨਵਰੀ ਨੂੰ। ਉਹ ਤੋਂ ਬਾਅਦ ਖਬਰ ਮਿਲੀ ਕਿ ਟਿੱਕਰੀ ਸਰਹੱਦ ਦਾ ਇਸ ਹਾਈ ਪਾਵਰ ਕਮੇਟੀ ਨੇ ਦੌਰਾ ਕੀਤਾ। ਜਦੋਂ ਬੈਠਕ ਹੋਈ, ਕਿਸਾਨਾਂ ਨੇ ਦੋ ਟੁੱਕ ਫੈਸਲਾ ਸੁਣਾ ਦਿੱਤਾ ਸੀ ਕਿ ਤੁਸੀਂ ਰੱਖੇ ਇਹ 26 ਜਨਵਰੀ ਵਾਲੇ ਦਿਨ ਜਦੋਂ ਟਰੈਕਟਰ ਪਰੇਡ ਸੀ। ਜਿਹੜੀਆਂ ਤੁਸੀਂ ਕਹੀ ਜਾਂਦੇ ਹੋ ਵਾਰ-ਵਾਰ ਕਿ ਰਸਤਾ ਖੋਲੋ, ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾ ਦਿੱਤੀ। ਸਾਨੂੰ ਉਦਯੋਗਪਤੀ ਆਖੀ ਜਾਂਦੇ ਨੇ, ਕੁਝ ਸਥਾਨਕ ਲੋਕ ਉਹ ਕਹਿੰਦੇ ਨੇ ਰਸਤਾ ਖੋਲ੍ਹ ਦਿਓ, ਕਿਸਾਨ ਰੋਕੀ ਬੈਠੇ। ਉਹ ਕਹਿੰਦੇ ਰਸਤਾ ਤਾਂ ਅਸੀਂ ਬੰਦ ਹੀ ਨਹੀਂ ਕੀਤਾ, ਇਹ ਤਾਂ ਦਿੱਲੀ ਪੁਲਿਸ ਨੇ ਬੰਦ ਕੀਤਾ। ਆ ਬੈਰੀਕੇਡ ਉਹਨਾਂ ਨੇ ਲਾਇਆ ਤੇ ਦੇਖੋ ਸਾਡਾ ਤਾਂ ਲਿਖਿਆ ਪਿਆ ਕਿ ਭਾਈ ਸਰਕਾਰ ਜੀ ਰਸਤਾ ਖੋਲੋ, ਇਹ ਰਸਤਾ ਅਸੀਂ ਬੰਦ ਨਹੀਂ ਕੀਤਾ। ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਬੈਰੀਕੇਡਿੰਗ 26 ਜਨਵਰੀ ਨੂੰ ਟਰੈਕਟਰ ਪਰੇਡ ਦੇ ਦੌਰਾਨ ਹੋਈ ਸੀ। ਉਹਦੇ ਤੋਂ ਬਾਅਦ ਜਦੋਂ ਉੱਥੇ ਹਿੰਸਾ ਵਾਪਰ ਗਈ ਸੀ ਟਰੈਕਟਰ ਪਰੇਡ ਵਾਲੇ ਦਿਨ, ਤਾਂ ਦਿੱਲੀ ਪੁਲਿਸ ਨੇ ਸੜਕ ਤੇ ਕਿੱਲਾਂ ਵੀ ਕੱਢ ਦਿੱਤੀਆਂ ਸੀ। ਕਾਰਨ ਕੀ ਸੀ? ਤਾਂ ਕਿ ਕਿਸਾਨਾਂ ਦਾ ਦਾਖਲਾ ਦਿੱਲੀ ਵਾਲੇ ਪਾਸੇ ਬੰਦ ਕੀਤਾ ਜਾਵੇ। ਪੱਥਰ ਰੱਖ ਦਿੱਤੇ ਸੀ, ਕੰਟੇਨਰ ਰੱਖ ਦਿੱਤੇ ਸੀ, ਕਿੱਲਾਂ ਕੱਢ ਦਿੱਤੀਆਂ ਸੀ। ਹੁਣ ਇਸ ਅੰਦੋਲਨ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਕਿਸਾਨੀ ਦਾ ਵੀ ਹੋ ਰਿਹਾ ਹੈ। ਆਲੇ ਦੁਆਲੇ ਜਿਹੜੇ ਉਦਯੋਗਪਤੀ ਨੇ ਉਹਨਾਂ ਦਾ ਵੀ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਉਹ ਕਹਿੰਦੇ ਅਸੀਂ ਉਠਾ ਚੁੱਕੇ ਹਾਂ। ਉੱਥੋਂ ਦੇ ਉਦਯੋਗਪਤੀ ਜਿਨ੍ਹਾਂ ਨੇ ਸਰਕਾਰ ਤੋਂ ਲੈ ਕੇ ਮਨੁੱਖੀ ਅਧਿਕਾਰ ਉਦਯੋਗ ਤੱਕ ਪਹੁੰਚ ਕੀਤੀ ਸੀ, ਉਹਨਾਂ ਨੇ ਦੱਸਿਆ ਕਿ ਇਕੱਲੇ ਬਹਾਦਰਗੜ੍ਹ ਦੇ ਵਿੱਚ 7000 ਤੋਂ ਜ਼ਿਆਦਾ ਫੈਕਟਰੀਆਂ ਨੇ ਤੇ ਉਹਨਾਂ ਵਿੱਚ 3 ਲੱਖ ਤੋਂ ਜ਼ਿਆਦਾ ਲੋਕ ਕੰਮ ਕਰਦੇ ਹੈ। ਤੇ ਇਸ ਅੰਦੋਲਨ ਦੇ ਕਾਰਨ ਕਈ ਕੰਪਨੀਆਂ ਨੂੰ ਜਿੰਦਰੇ ਵੱਜ ਗਏ ਹੈ। ਪਰ ਕਿਸਾਨ ਪਹਿਲਾਂ ਵੀ ਕਹਿੰਦੇ ਸੀ, ਕਿਸਾਨ ਇੱਕ ਵਾਰੀ ਫੇਰ ਆਖ ਰਹੇ ਸੀ ਕਿ ਬੈਰੀਕੇਡ ਨਾ ਅਸੀਂ ਲਾਏ ਨੇ ਤੇ ਨਾ ਅਸੀਂ ਚੁੱਕਣੇ ਨੇ। ਹੁਣ ਉਸ ਸਵਾਲ ਦਾ ਜਵਾਬ ਜਿਹੜੇ ਉਹ ਹਰਿਆਣਾ ਦੇ ਕੁਝ MLA ਤੇ ਵਜ਼ੀਰ ਸਾਹਿਬ ਆਖ ਰਹੇ ਸੀ ਕਿ ਰਸਤਾ ਖੋਲ੍ਹੋ, ਹੁਣ ਰਸਤਾ ਖੋਲ੍ਹਿਆ ਕੀ ਨਹੀਂ ਹੈ? ਮੈਨੂੰ ਲੱਗਦਾ ਕਿ ਇਸ ਸਵਾਲ ਦਾ ਜਵਾਬ ਉਹਨਾਂ ਨੂੰ ਆਪ ਮਿਲ ਗਿਆ ਹੋਣਾ। ਕਿਸਾਨ ਆਗੂ ਕਹਿੰਦੇ ਸੀ ਨਾ ਤਾਂ ਅਸੀਂ ਇਹ ਬੈਰੀਕੇਡ ਲਿਆ ਕੇ ਰੱਖੇ ਨੇ, ਨਾ ਅਸੀਂ ਕਿੱਲਾਂ ਕੱਢੀਆਂ, ਨਾ ਅਸੀਂ ਕੰਟੇਨਰ ਖੜਾਏ ਨੇ। ਜਿਨ੍ਹਾਂ ਨੇ ਖੜਾਏ ਨੇ ਉਹਨਾਂ ਨੂੰ ਕਹੇ ਉਹ ਚੁੱਕ ਕੇ ਲੈ ਜਾਣ, ਤੇ ਆਖਰਕਾਰ ਹੁਣ ਉਹ ਚੁੱਕ ਦਿੱਤੇ ਗਏ ਨੇ। ਤੇ ਅਗਲੀ ਖਬਰ ਪੰਜਾਬ ਨਾਲ ਸੰਬੰਧਿਤ ਹੈ, ਸਿੱਖੀ ਭਾਵਨਾਵਾਂ ਨਾਲ ਸੰਬੰਧਿਤ ਹੈ ਤੇ ਰਾਜਨੀਤੀ ਨਾਲ ਵੀ ਸੰਬੰਧਿਤ ਹੈ। ਪੰਜਾਬ ਦੇ ਫਰੀਦਕੋਟ ਦੀ ਅਦਾਲਤ ਨੇ ਇੱਕ ਹੁਕਮ ਜਾਰੀ ਕੀਤਾ ਸੀ ਕਿ ਪ੍ਰੋਡਕਸ਼ਨ ਵਾਰੰਟ ਤੇ ਲਿਆਓ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ। ਪਰ ਹੁਣ ਉਹਨਾਂ ਦੇ ਵਕੀਲਾਂ ਨੇ ਇੱਕ ਪਟੀਸ਼ਨ ਦਰਜ ਕਰ ਦਿੱਤੀ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਉਹਦੇ ਤੇ ਮਾਨਯੋਗ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ। ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਉਣ ਦੀ ਆਗਿਆ ਨਹੀਂ ਦਿੱਤੀ। ਹਾਂ, ਉਹ ਕਹਿੰਦੇ ਉਹਨਾਂ ਨੂੰ ਪੁੱਛਗਿੱਛ ਕਰਨੀ ਹੈ, ਤੁਸੀਂ ਸੁਨਾਰੀਆ ਜੇਲ੍ਹ ਦੇ ਵਿੱਚ ਜਾਓ ਤੇ ਉੱਥੇ ਸਿੱਟ ਜਾ ਕੇ ਪੁੱਛਗਿੱਛ ਕਰ ਲਏ, ਪਰ ਪੰਜਾਬ ਪੁੱਛਗਿੱਛ ਵਾਸਤੇ ਉਹਨੂੰ ਲਿਆਂਦਾ ਨਹੀਂ ਜਾ ਸਕਦਾ। ਦੱਸਣਾ ਬਣਦਾ ਕਿ ਗੁਰਮੀਤ ਰਾਮ ਰਹੀਮ ਦੇ ਦੁਆਰਾ ਡੇਰਾ ਸੱਚਾ ਸੌਦਾ ਸਲਾਬਤਪੁਰਾ ਦੇ ਵਿੱਚ 29 ਅਪ੍ਰੈਲ 2007 ਨੂੰ ਡੇਰਾ ਪ੍ਰੇਮੀਆਂ ਨੂੰ ਜਾਮੇ ਇਨਸਾਫ ਲਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਵਰਗਾ ਉਸੇ ਤਰ੍ਹਾਂ ਦਾ ਸਵਾਂਗ ਰਚਿਆ ਗਿਆ, ਜਿਸ ਦੇ ਕਾਰਨ ਡੇਰਾ ਪ੍ਰੇਮੀਆਂ ਤੇ ਸਿੱਖਾਂ ਦੇ ਵਿਚਕਾਰ ਟਕਰਾਅ ਪੈਦਾ ਹੁੰਦਾ ਹੈ। ਤੇ ਉਸ ਘਟਨਾ ਤੋਂ ਬਾਅਦ ਡੇਰਾ ਮੁਖੀ ਕਦੇ ਵੀ ਪੰਜਾਬ ਦੇ ਵਿੱਚ ਨਾ ਆਇਆ। 14 ਸਾਲ ਹੋ ਗਏ। ਹੁਣ ਉਮੀਦ ਸੀ ਕਿ ਸ਼ਾਇਦ 14 ਸਾਲਾਂ ਤੋਂ ਬਾਅਦ ਪੁੱਛਗਿੱਛ ਵਾਸਤੇ ਪ੍ਰੋਡਕਸ਼ਨ ਵਾਰੰਟ ਤੇ ਉਹਨੂੰ ਪੰਜਾਬ ਲਿਆਂਦਾ ਜਾਏਗਾ, ਪਰ ਅਦਾਲਤ ਨੇ ਇਸ ਗੱਲ ਦੀ ਆਗਿਆ ਨਹੀਂ ਦਿੱਤੀ। ਦੱਸਣਾ ਬਣਦਾ ਹੈ ਕਿ ਸਾਲ 2015 ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਾਵਨ ਸਰੂਪ ਚੋਰੀ ਕੀਤਾ ਜਾਂਦਾ ਹੈ, ਜਿਸ ਦੀ FIR ਨੰਬਰ 63 ਬਾਜਾਖਾਨਾ ਪੁਲਿਸ ਥਾਣੇ ਵਿੱਚ ਦਰਜ ਕੀਤੀ ਜਾਂਦੀ ਹੈ। ਕੇਸ ਦੀ ਜਾਂਚ ਕਰ ਰਹੀ ਪੁਲਿਸ ਦੀ ਸਿੱਟ ਨੇ
ਡੇਰਾ ਮੁਖੀ ਨੂੰ ਦਰਅਸਲ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕਰਨ ਦੇ ਵਾਸਤੇ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਦਰਜ ਕੀਤੀ ਸੀ, ਜਿਸ ਤੇ ਫਰੀਦਕੋਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਮਿਸ ਤਰਜਨੀ ਨੇ ਆਦੇਸ਼ ਜਾਰੀ ਕਰ ਦਿੱਤੇ ਸੀ ਕਿ ਹਾਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਜਾਵੇ। ਮੈਂ ਇਹ ਵੀ ਤੁਹਾਨੂੰ ਯਾਦ ਕਰਵਾ ਦਿਆਂ ਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ। 12 ਅਕਤੂਬਰ ਨੂੰ ਗੁਰੂ ਸਾਹਿਬ ਦੇ ਪਾਵਨ ਅੰਗ ਗਲੀਆਂ 'ਚ ਖਿਲਾਰ ਦਿੱਤੇ ਗਏ। ਫਿਰ 14 ਅਕਤੂਬਰ ਨੂੰ ਕੋਟਕਪੂਰਾ ਚੌਂਕ ਅਤੇ ਬਹਿਬਲ ਕਲਾਂ ਦੇ ਵਿੱਚ ਸੰਗਤਾਂ ਪ੍ਰਦਰਸ਼ਨ ਕਰ ਰਹੀਆਂ ਸਨ ਤੇ ਇਨਸਾਫ ਦੀ ਮੰਗ ਕਰ ਰਹੀਆਂ ਸੀ। ਉਹਨਾਂ ਉੱਤੇ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ। ਉਸ ਗੋਲੀਬਾਰੀ ਦੇ ਵਿੱਚ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਅਤੇ ਬਹਿਬਲ ਖੁਰਦ ਦੇ ਕ੍ਰਿਸ਼ਨ ਭਗਵਾਨ ਸਿੰਘ ਦੀ ਜਾਨ ਚਲੀ ਜਾਂਦੀ ਹੈ ਤੇ ਇਸ ਘਟਨਾਕ੍ਰਮ ਤੋਂ ਬਾਅਦ ਮਾਮਲੇ ਦੀ ਜਾਂਚ CBI ਦੇ ਹਵਾਲੇ ਕਰ ਦਿੱਤੀ ਗਈ ਸੀ ਅਤੇ ਡੇਰਾ ਸੱਚਾ ਸੌਦਾ ਨਾਲ ਸੰਬੰਧਿਤ 6 ਪ੍ਰੇਮੀ ਗ੍ਰਿਫਤਾਰ ਕਰ ਲਏ ਗਏ ਸਨ, ਬਾਅਦ ਵਿੱਚ ਰਿਹਾ ਕਰ ਦਿੱਤੇ ਗਏ ਸੀ। ਪਰ ਹੁਣ ਜਿਹੜਾ ਆ ਅਦਾਲਤ ਦਾ ਤਾਜ਼ਾ ਫੈਸਲਾ ਆਇਆ ਹੈ, ਇਸ ਫੈਸਲੇ ਬਾਰੇ ਡੇਰਾ ਮੁਖੀ ਦੇ ਵਕੀਲ ਉਹ ਦੱਸ ਰਹੇ ਸੀ ਕਿ ਅਦਾਲਤ ਨੇ ਰਾਮ ਰਹੀਮ ਨੂੰ ਫਰੀਦਕੋਟ ਅਦਾਲਤ ਵਿੱਚ ਲਿਆਉਣ ਤੋਂ ਇਨਕਾਰ ਕਰ ਦਿੱਤਾ ਹੈ। ਪਰ ਹੁਣ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਪੁੱਛਗਿੱਛ ਕਰਨ ਦੇ ਵਾਸਤੇ ਸਿੱਟ ਨੂੰ ਆਗਿਆ ਦੇ ਦਿੱਤੀ ਹੈ। ਪਰ ਸਿੱਟ ਚਾਹੁੰਦੀ ਸੀ ਫਰੀਦਕੋਟ ਲਿਆ ਕੇ ਪੰਜਾਬ ਦੇ ਵਿੱਚ ਲਿਆ ਕੇ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਵੇ ਉਹਨਾਂ ਤੋਂ। ਪਰ ਉਹਨਾਂ ਦੇ ਵਕੀਲ ਕਹਿੰਦੇ ਕਿ ਉਚੇਚੇ ਤੌਰ ਤੇ ਜਿਹੜੇ ਪ੍ਰੋਡਕਸ਼ਨ ਵਾਰੰਟ ਨੇ ਉਹਨਾਂ ਵਿੱਚ ਲਿਖਿਆ ਗਿਆ ਕਿ ਗੁਰਮੀਤ ਰਾਮ ਰਹੀਮ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਆ। ਉਹ ਕਹਿੰਦੇ ਉਹਨਾਂ ਨੂੰ ਗ੍ਰਿਫਤਾਰ ਕਿਵੇਂ ਕੀਤਾ ਜਾ ਸਕਦਾ, ਉਹ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੰਦ ਨੇ, ਗ੍ਰਿਫਤਾਰੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਐਡਵੋਕੇਟ ਨੇ ਅਦਾਲਤ ਦੀ ਸੁਣਵਾਈ ਦੌਰਾਨ ਰਾਮ ਰਹੀਮ ਦੀ ਸਿਹਤ ਅਤੇ ਸੁਰੱਖਿਆ ਦਾ ਹਵਾਲਾ ਦਿੱਤਾ। ਬਹੁਤ ਸਾਰੇ ਇਹ ਹਵਾਲਿਆਂ ਨੂੰ ਸੁਣਨ ਤੋਂ ਬਾਅਦ, ਦਲੀਲਾਂ ਨੂੰ ਸੁਣਨ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਦੀ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ 'ਚ ਲਿਆ ਕੇ ਪੁੱਛਗਿੱਛ ਨੂੰ ਇਨਕਾਰ ਕਰ ਦਿੱਤਾ ਹੈ। ਪਰ ਇਹ ਆਖ ਦਿੱਤਾ ਕਿ ਜਾਓ, ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ, ਸਿੱਟ ਉੱਥੇ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਮੈਂ ਇਹ ਦੱਸ ਦਿਆਂ ਕਿ ਇਹਦੇ ਤੋਂ ਪਹਿਲਾਂ ਜਿਹੜੀ ਪਹਿਲੀ ਸਿੱਟ ਸੀ ਸਾਬਕਾ IG ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੂੰ ਵੀ ਫਰੀਦਕੋਟ ਦੀ ਅਦਾਲਤ ਨੇ ਆਖ ਦਿੱਤਾ ਸੀ ਕਿ ਜਾਓ ਪੁੱਛਗਿੱਛ ਕਰ ਲਓ ਸੁਨਾਰੀਆ ਜੇਲ੍ਹ ਦੇ ਵਿੱਚ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਇਸ ਗੱਲ ਦੀ ਆਗਿਆ ਨਹੀਂ ਸੀ ਦਿੱਤੀ। ਪਰ ਹੁਣ ਵੇਖਦੇ ਹਾਂ ਕਿ ਮਾਨਯੋਗ ਹਾਈ ਕੋਰਟ ਨੇ ਆਖ ਦਿੱਤਾ ਕਿ ਉੱਥੇ ਜਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਕੀ ਹੁਣ ਪੁੱਛਗਿੱਛ ਹੁੰਦੀ ਹੈ ਕਿ ਇਸ ਪੁੱਛਗਿੱਛ ਵਿੱਚੋਂ ਕੁਝ ਨਿਕਲਦਾ ਹੈ? ਪਰ ਬੀਤੇ ਦਿਨੀ ਸਿੱਟ ਦੇ ਹੱਥ ਇੱਕ ਵੱਡੀ ਕਾਮਯਾਬੀ ਜ਼ਰੂਰ ਲੱਗ ਗਈ ਸੀ। ਜਦੋਂ ਜਿਹੜੇ ਪੋਸਟਰ ਵਿਵਾਦਿਤ ਲਾਏ ਗਏ ਸੀ ਉਹਨਾਂ ਦੀ ਲਿਖਾਈ ਦਾ ਮੇਲ ਡੇਰਾ ਪ੍ਰੇਮੀਆਂ ਦੀ ਲਿਖਾਈ ਦੇ ਨਾਲ ਹੋ ਗਿਆ ਸੀ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਿਹਾ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦੇਣਾ। ਖਬਰਾਂ ਨੂੰ ਆਧਾਰ ਬਣਾ ਕੇ ਕਮੈਂਟ ਜ਼ਰੂਰ ਕਰਨੇ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।